RSS ਹੋਵੇ, BJP ਹੋਵੇ, ਕਾਂਗਰਸ ਹੋਵੇ, ਜਿਹੜੇ ਵੀ ਲੋਕ ਇਸ ਪਰਜਾ ਨੂੰ ਆਪਣੇ ਅਧੀਨ ਚਲਾਉਣਾ ਚਾਹੁੰਦੇ ਨੇ ਨਾ, ਉਹ ਆਪਸੀ ਜਿੰਨੇ ਮਰਜ਼ੀ ਪਾਰਟੀਆਂ ਵਿਰੋਧੀ ਹੋਣ, ਪਰ ਜਦੋਂ ਆਜ਼ਾਦੀ ਨਾਲ ਵਿਚਰਨ ਵਾਲੀ ਕੌਮ ਦੇ ਖਿਲਾਫ ਖੜਨਾ ਹੋਵੇ ਸਾਰੇ ਇਕੱਠੇ ਹੋ ਜਾਂਦੇ ਨੇ। ਜਿਹੜੇ ਫਿਰਕੇ ਜਾਂ ਜਿਹੜੀਆਂ ਕੌਮਾਂ ਕਦੀ ਗੁਲਾਮੀ ਨਹੀਂ ਸਹਿ ਸਕਦੀਆਂ, ਜਿਹੜੀਆਂ ਹਮੇਸ਼ਾ ਹੱਕਾਂ ਨਹੀਂ ਲੜਨਗੀਆਂ, ਉਹਨਾਂ ਨੂੰ ਹਮੇਸ਼ਾ ਹੀ ਟਾਰਗੇਟ ਕੀਤਾ ਜਾਂਦਾ ਰਿਹਾ ਹੈ। 3 ਕਾਨੂੰਨ ਵਾਪਸ ਹੋਣ ਦੇ ਕੋਈ ਹੱਲ ਹੋ ਪਾਵੇਗਾ? ਪੰਜਾਬ ਨੂੰ ਮਾਰ ਕੇਵਲ ਇਹਨਾਂ ਬਿੱਲਾਂ ਦੀ ਨਹੀਂ ਹੈਗੀ, ਪੰਜਾਬ ਨੂੰ ਹੋਰ ਵੀ ਬੜੀਆਂ ਮਾਰਾਂ ਨੇ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਿਹੜੇ ਲੋਕਾਂ ਨੇ, ਜਿਹੜੇ ਸੂਬੇ ਦੇ ਲੋਕਾਂ ਨੇ, ਜਾਂ ਜਿਹੜੇ ਵਤਨ ਦੇ ਲੋਕਾਂ ਨੇ, ਜਾਂ ਜਿਹੜੀ ਕੌਮ ਦੇ ਲੋਕਾਂ ਨੇ 90% ਸੰਘਰਸ਼ ਕੀਤਾ ਹੋਵੇ, ਕੁਰਬਾਨੀਆਂ ਦਿੱਤੀਆਂ ਹੋਣ, ਅੱਜ ਉਹ ਜਿਵੇਂ ਰਹਿ ਰਹੇ ਨੇ, ਕੀ ਹਾਲਾਤ ਉਹਨਾਂ ਦੇ ਇਵੇਂ ਹੋਣੇ ਚਾਹੀਦੇ ਸੀ? ਇਹ ਗੱਲ ਸਾਨੂੰ ਨਹੀਂ ਭੁੱਲਣੀ ਚਾਹੀਦੀ ਕਿ ਜਦੋਂ ਹੀ ਦੇਸ਼ ਆਜ਼ਾਦ ਹੋਇਆ, ਜਿਹੜੇ ਲੋਕ ਇਹ ਵਾਅਦੇ ਕਰਦੇ ਸੀ ਵੀ ਸਿੱਖਾਂ ਦੀ ਇਜਾਜ਼ਤ ਤੋਂ ਬਿਨਾਂ ਸੰਵਿਧਾਨ ਲਾਗੂ ਨਹੀਂ ਹੋ ਸਕਦਾ, ਤੇ ਦੇਸ਼ ਆਜ਼ਾਦ ਹੋਣ ਦੀ ਦੇਰ ਸੀ, ਸਿੱਖਾਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ। ਇੰਦਰਾ ਗਾਂਧੀ ਦੇ ਰਾਜ ਦੇ ਸਮੇਂ RSS ਨੂੰ ਇਸ ਕਰਕੇ ਬੈਨ ਕਰ ਦਿੱਤਾ ਗਿਆ ਸੀ ਕਿ ਉਹਦੀਆਂ ਜਿਹੜੀਆਂ ਗਤੀਵਿਧੀਆਂ ਸੀ ਉਹ ਜ਼ਿਆਦਾ ਵਧੀਆ ਨਹੀਂ ਸਨ। RSS ਦੀ ਸ਼ਾਖਾ ਦੇ ਵਿੱਚੋਂ ਨਿਕਲੀ BJP, ਜੋ ਅੱਜ ਸੱਤਾ ਦੇ ਵਿੱਚ ਕਾਬਜ਼ ਹੈ, ਉਹ ਅੱਜ ਇਹੋ ਜਿਹੇ ਕਾਨੂੰਨ ਲੈ ਕੇ ਆਈ ਹੈ ਦੇਸ਼ ਦੇ ਵਿੱਚ, ਜਿਹਦੇ ਨਾਲ ਦੇਸ਼ ਦੇ ਲੋਕ ਉਹਦੇ ਖਿਲਾਫ ਨਜ਼ਰ ਆ ਰਹੇ ਨੇ। ਚਾਹੇ NRC ਹੋਵੇ, ਚਾਹੇ 370 ਧਾਰਾ ਹਟਾਉਣ ਦੀ ਗੱਲ ਹੋਵੇ, ਚਾਹੇ 3 ਆਰਡੀਨੈਂਸ ਦੀ ਗੱਲ ਹੋਵੇ, ਜਿਸ ਨੂੰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੁਣ ਰੌਲਾ ਜਿਹੜਾ ਪੈ ਰਿਹਾ ਹੈ ਕਿ ਪੰਜਾਬ ਦੇ ਲੋਕ ਸੜਕਾਂ 'ਤੇ ਨੇ। ਇਸ ਦੇ ਸੰਬੰਧੀ ਕਾਫੀ ਵਿਚਾਰ ਚਰਚਾ ਹੈਗੀਆਂ ਨੇ। ਸਾਡੇ ਨਾਲ ਨੇ ਹਰਜੋਤ ਸਿੰਘ ਸ਼ਾਗਿਰਦੇ ਨਾਨਕ, ਜਿਹਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਫਤਿਹ ਅੱਜ ਕਰਦੇ ਹਾਂ ਹਰਜੋਤ ਸਿੰਘ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਵਿੱਚ ਇੱਕ ਖਾਸ ਫਿਰਕੇ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਜਿਹਦੇ ਨਾਲ ਇਹ ਸਾਰਾ ਕੁਝ ਘੱਟ ਗਿਣਤੀ ਨੂੰ ਦਬਾਉਣ ਦੀ ਕੋਸ਼ਿਸ਼? ਦੇਖੋ ਜੀ, ਬਿਲਕੁਲ ਖਾਸ ਫਿਰਕੇ ਨੂੰ ਵੀ ਕੀਤਾ ਜਾ ਰਿਹਾ, ਔਰ ਨਾਲ ਇੱਥੇ ਇਹ ਵੀ ਜ਼ਿਕਰਯੋਗ ਆ ਵੀ ਕਿਹੜੇ ਫਿਰਕਿਆਂ ਨੂੰ ਕੀਤਾ ਜਾ ਰਿਹਾ। ਔਰ ਇਸ ਗੱਲ ਨੂੰ ਸਮਝਣ ਲਈ ਆਪਾਂ ਨੂੰ ਸੀਨ ਲੈ ਕੇ ਜਾਣਾ ਪਏਗਾ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ 'ਤੇ, ਕਿਉਂਕਿ ਗੱਲ ਫਿਰ ਸਮਝ ਆਏਗੀ ਵੀ ਕਿੰਨਾ ਕੌਮਾਂ ਦੇ ਨਾਲ, ਕਿੰਨਾ ਫਿਰਕਿਆਂ ਦੇ ਨਾਲ ਸਰਕਾਰਾਂ ਟੱਕਰ ਲੈਂਦੀਆਂ ਹਮੇਸ਼ਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਹੈ। ਜੋ ਕੁਝ ਬਾਦਸ਼ਾਹ ਕਰਦੇ ਰਹੇ ਉਹ ਸਭ ਕੁਝ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਫੌਜਾਂ ਰੱਖੀਆਂ, ਬਾਜ ਰੱਖੇ, ਕਲਗੀ ਲਾਈ, ਕਿਉਂਕਿ ਉਸ ਵਕਤ ਬਾਦਸ਼ਾਹਾਂ ਦਾ ਹੁਕਮ ਸੀ ਵੀ ਇਹ ਕੋਈ ਆਮ ਬੰਦਾ ਨਹੀਂ ਕਰ ਸਕਦਾ, ਇਹ ਸਿਰਫ ਬਾਦਸ਼ਾਹ ਹੀ ਕਰ ਸਕਦਾ। ਬਾਦਸ਼ਾਹੀ ਘੋੜ ਸਵਾਰੀ ਕਰ ਸਕਦਾ, ਬਾਦਸ਼ਾਹੀ ਫੌਜਾਂ ਰੱਖ ਸਕਦਾ, ਬਾਦਸ਼ਾਹੀ ਕਲਗੀ ਲਾ ਸਕਦਾ। ਔਰ ਗੁਰੂ ਹਰਗੋਬਿੰਦ ਸਾਹਿਬ ਨੇ ਸਭ ਕੁਝ ਇਹ ਕੀਤਾ, ਜਿਹਦੇ ਕਰਕੇ ਵਕਤ ਦੀਆਂ ਸਰਕਾਰਾਂ ਨੂੰ ਇਹ ਡਰ ਪੈ ਗਿਆ ਵੀ ਇਹ ਸਾਡੇ ਰਾਜ ਲਈ ਖਤਰਾ ਹੈ, ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਔਰ ਦੂਜੀ ਮੈਂ ਇੱਕ ਇਹ ਵੀ ਬੇਨਤੀ ਕਰਦਿਆਂ, ਜਿਹੜੀ ਤੁਸੀਂ ਗੱਲ ਕੀਤੀ ਵੀ ਇੰਦਰਾ ਗਾਂਧੀ ਨੇ ਇੱਕ RSS ਬੈਨ ਕੀਤੀ ਹੈ, ਔਰ ਅੱਜ ਉਸੇ ਸ਼ਾਖਾ ਦੀ ਇੱਕ ਪਾਰਟੀ ਰਾਜ ਕਰ ਰਹੀ ਹੈ। ਮੈਂ ਇਹ ਅਕਸਰ ਬੇਨਤੀ ਕਰਦਾ ਹੁੰਦਾ ਵੀ ਜਦੋਂ ਕੋਈ ਗੈਰਤਮੰਦ ਕੌਮ ਦੀ ਗੱਲ ਆਉਂਦੀ ਆ ਨਾ, ਫਿਰ ਉਹਦੇ ਵਿਰੋਧ ਵਿੱਚ ਕੌਣ ਖੜਦਾ ਹੈ ਇਹ ਮੈਟਰ ਨਹੀਂ ਕਰਦਾ ਵੀ ਉਹਨਾਂ ਦੇ ਵਿਰੋਧ ਵਿੱਚ ਖੜਨ ਵਾਲੀਆਂ ਪਾਰਟੀਆਂ ਆਪਸੀ ਵਿਰੋਧੀ ਹੋਣ। ਤੁਸੀਂ ਦੇਖੋ, ਪਹਾੜੀ ਰਾਜੇ ਅਤੇ ਤੁਰਕ ਮੁਗਲ, ਉਹਨਾਂ ਦੇ ਆਪਸੀ ਵਿਚਾਰ ਨਹੀਂ ਸੀ ਮਿਲਦੇ, ਪਰ ਜਦੋਂ ਸਿੱਖ ਕੌਮ ਦੀ ਜ਼ੁਲਮ ਦੇ ਨਾਲ ਲੜਨ ਵਾਲੀ ਜਾਂ ਆਜ਼ਾਦੀ ਨਾਲ ਵਿਚਰਨ ਵਾਲੀ ਕੌਮ ਦੀ ਗੱਲ ਆਵੇਗੀ ਨਾ, ਉੱਥੇ ਪਹਾੜੀ ਰਾਜੇ ਅਤੇ ਔਰੰਗਜ਼ੇਬ ਇਕੱਠੇ ਹੋ ਜਾਂਦੇ ਨੇ, ਇਕੱਠੇ ਹੋ ਕੇ ਹਮਲਾ ਕਰਦੇ ਨੇ। ਇਸੇ ਤਰ੍ਹਾਂ ਭਾਵੇਂ ਇੰਦਰਾ ਗਾਂਧੀ ਨੇ RSS ਨੂੰ ਬੈਨ ਕੀਤਾ ਹੋਵੇ, ਪਰ ਮੈਂ ਇੱਕ ਸਪਸ਼ਟ ਗੱਲ ਕਹਿ ਦਿਆਂ, RSS ਹੋਵੇ, BJP ਹੋਵੇ, ਕਾਂਗਰਸ ਹੋਵੇ, ਜਿਹੜੇ ਵੀ ਲੋਕ ਇਸ ਪਰਜਾ ਨੂੰ ਆਪਣੇ ਅਧੀਨ ਚਲਾਉਣਾ ਚਾਹੁੰਦੇ ਨੇ ਨਾ, ਉਹ ਆਪਸੀ ਜਿੰਨੇ ਮਰਜ਼ੀ ਪਾਰਟੀਆਂ ਵਿਰੋਧੀ ਹੋਣ, ਪਰ ਜਦੋਂ ਆਜ਼ਾਦੀ ਨਾਲ ਵਿਚਰਨ ਵਾਲੀ ਕੌਮ ਦੇ ਖਿਲਾਫ ਖੜਨਾ ਹੋਵੇ ਸਾਰੇ ਇਕੱਠੇ ਹੋ ਜਾਂਦੇ ਨੇ। ਤੋ ਇਸ ਕਰਕੇ ਕਿਹੜੇ ਫਿਰਕਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਇਹ ਗੱਲ ਧਿਆਨ 'ਚ ਰੱਖਣ ਲਈ ਬੜੀ ਜ਼ਰੂਰੀ ਆ। ਉਹਨਾਂ ਫਿਰਕਿਆਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਜਿਹੜੇ ਫਿਰਕੇ ਕਦੀ ਜ਼ੁਲਮ ਨਹੀਂ ਦੇਖ ਸਕਦੇ, ਜਿਹੜੇ ਫਿਰਕੇ ਜਾਂ ਜਿਹੜੀਆਂ ਕੌਮਾਂ ਕਦੀ ਗੁਲਾਮੀ ਨਹੀਂ ਸਹਿ ਸਕਦੀਆਂ, ਜਿਹੜੀਆਂ ਹਮੇਸ਼ਾ ਹੱਕਾਂ ਨਹੀਂ ਲੜਨਗੀਆਂ, ਉਹਨਾਂ ਨੂੰ ਹਮੇਸ਼ਾ ਹੀ ਟਾਰਗੇਟ ਕੀਤਾ ਜਾਂਦਾ ਰਿਹਾ ਹੈ ਔਰ ਟਾਰਗੇਟ ਕੀਤਾ ਜਾ ਰਿਹਾ ਹੈ। ਜਿਵੇਂ ਹੁਣ 3 ਕਾਨੂੰਨਾਂ ਦੀ ਗੱਲ ਆਉਂਦੀ ਹੈ, 3 ਕਾਨੂੰਨ ਕਹਿੰਦੇ ਆ ਵੀ ਵਾਪਸ ਲੈਣ ਨਾਲ ਵੀ ਸ਼ਾਇਦ ਹੱਲ ਹੋ ਸਕਦਾ। ਬਹੁਤੇ ਲੋਕ ਕਹਿੰਦੇ ਨਾਲ ਬਹੁਤ ਵੱਡਾ ਹੱਲ ਹੋ ਜਾਊਗਾ। ਤੁਹਾਨੂੰ ਲੱਗਦਾ ਕਿ ਜੇ 3 ਕਾਨੂੰਨ ਵਾਪਸ ਹੁੰਦੇ ਕੋਈ ਹੱਲ ਹੋ ਪਾਵੇਗਾ? ਦੇਖੋ ਜੀ, 3 ਖੇਤੀ ਬਿੱਲਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹਦੇ ਲਈ ਆਪਾਂ ਨੂੰ ਇਹ ਵੇਖਣਾ ਪਵੇਗਾ ਵੀ ਜਦੋਂ ਇਹ ਬਿੱਲ ਪਾਸ ਨਹੀਂ ਹੋਏ ਸੀ ਉਦੋਂ ਕੀ ਹਾਲਾਤ ਸੀ, ਕੀ ਸੁਧਰੇ ਹੋਏ ਸੀ ਹਾਲਾਤ? ਆਜ਼ਾਦੀ ਤੋਂ ਬਾਅਦ ਜਦੋਂ ਇਹ ਬਿੱਲ ਪਾਸ ਨਹੀਂ ਸੀ ਹੈਗੇ,
ਹੈ ਨਾ। ਅੱਜ ਤੋਂ 3 ਸਾਲ ਪਹਿਲਾਂ ਦੀ, ਕੁਝ ਸਾਲ ਪਹਿਲਾਂ ਦੀ, ਪਿਛਲੇ ਸਾਲ ਦੀ ਗੱਲ ਕਰ ਲਈਏ, ਬਿੱਲ ਪਾਸ ਨਹੀਂ ਸੀ ਕਿ ਉਦੋਂ ਕਿਸਾਨ ਸੁਖੀ ਸੀ, ਕਿ ਉਦੋਂ ਪੰਜਾਬ ਸੁਖੀ ਸੀ। ਤਾਂ ਇੱਥੋਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਗੱਲ ਇਕੱਲੀ ਬਿੱਲਾਂ ਦੀ ਨਹੀਂ ਹੈਗੀ। ਮੈਂ ਖੁਦ ਚਾਹੁੰਦਾ ਵੀ ਬਿੱਲ ਵਾਪਸ ਹੋਣ, ਮੈਂ ਖੁਦ ਚਾਹੁੰਦਾ, ਪਰ ਨਾਲ ਮੈਂ ਇਹ ਵੀ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਵੀ ਗੱਲ ਇਕੱਲੀ ਬਿੱਲਾਂ ਦੀ ਨਹੀਂ ਹੈਗੀ। ਸਾਨੂੰ ਉਹਨਾਂ ਜੜ੍ਹਾਂ ਤੱਕ ਜਾਣਾ ਪਵੇਗਾ ਵੀ ਪੰਜਾਬ ਨੂੰ ਮਾਰ ਕੇਵਲ ਇਹਨਾਂ ਬਿੱਲਾਂ ਦੀ ਨਹੀਂ ਹੈਗੀ, ਪੰਜਾਬ ਨੂੰ ਹੋਰ ਵੀ ਬੜੀਆਂ ਮਾਰਾਂ ਨੇ। ਸਾਨੂੰ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਯਾਦ ਕਰਨੀ ਪਏਗੀ ਅਤੇ ਸਾਰੇ ਲੋਕਾਂ ਨੂੰ ਇਹ ਅਹਿਸਾਸ ਕਰਨਾ ਪਵੇਗਾ ਵੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਿਹੜੇ ਲੋਕਾਂ ਨੇ, ਜਿਹੜੇ ਸੂਬੇ ਦੇ ਲੋਕਾਂ ਨੇ, ਜਾਂ ਜਿਹੜੇ ਵਤਨ ਦੇ ਲੋਕਾਂ ਨੇ, ਜਾਂ ਜਿਹੜੀ ਕੌਮ ਦੇ ਲੋਕਾਂ ਨੇ 90% ਸੰਘਰਸ਼ ਕੀਤਾ ਹੋਵੇ, ਕੁਰਬਾਨੀਆਂ ਦਿੱਤੀਆਂ ਹੋਣ, ਅੱਜ ਉਹ ਜਿਵੇਂ ਰਹਿ ਰਹੇ ਨੇ, ਕੀ ਹਾਲਾਤ ਉਹਨਾਂ ਦੇ ਇਵੇਂ ਹੋਣੇ ਚਾਹੀਦੇ ਸੀ? ਚਲੋ ਬਿੱਲਾਂ ਨੂੰ ਪਾਸੇ ਕਰ ਦਿਓ, ਤੁਸੀਂ ਹੋਰ ਹਾਲਾਤਾਂ ਦੀ ਗੱਲ ਕਰ ਦਿਓ ਕਿ 90% ਕੁਰਬਾਨੀ ਦੇਣ ਵਾਲੀ ਕੌਮ ਨੂੰ ਇਸ ਤਰ੍ਹਾਂ ਜਲੀਲ ਹੁੰਦੀ। ਕੋਈ ਜੇ ਵਧੀਆ ਦੇਸ਼ ਹੁੰਦਾ, ਉੱਥੇ ਕੋਈ ਕਮਿਊਨਿਟੀ ਜਾਂ ਕੋਈ ਕੌਮ ਇਸ ਤਰ੍ਹਾਂ ਸੰਘਰਸ਼ ਕਰਦੀ ਕਿ ਉਹ ਇਸ ਤਰ੍ਹਾਂ ਜ਼ਲੀਲਤਮੰਦ ਆਪਣੀ ਜ਼ਿੰਦਗੀ ਜਿਉ ਰਹੀ ਹੁੰਦੀ। ਇਹ ਕਿਉਂਕਿ ਇਹ ਲੋਕਾਂ ਨੂੰ ਯਾਦ ਰੱਖਣਾ ਪਵੇਗਾ ਵੀ ਆਜ਼ਾਦੀ ਤੋਂ ਪਹਿਲਾਂ ਜਿਹੜੀ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਉਸ ਕੌਮ ਨੂੰ ਕੁਝ ਵਾਅਦੇ ਕੀਤੇ ਗਏ ਸੀ, ਕੁਝ ਵਾਅਦੇ ਇਹ ਕੀਤੇ ਗਏ ਸੀ। ਮੈਂ ਥੋੜ੍ਹੀਆਂ ਜਿਹੀਆਂ ਘਟਨਾਵਾਂ ਅਕਸਰ ਮੈਂ ਰੱਖਦਾ ਹੁੰਦਾ ਦੀਵਾਨਾਂ ਦੇ ਵਿੱਚ। 1929 ਲਾਹੌਰ ਕਨਵੈਨਸ਼ਨ ਹੋਈ, ਜਿੱਥੇ ਜਵਾਹਰ ਲਾਲ ਨਹਿਰੂ ਵਰਗੇ ਆਗੂਆਂ ਨੇ ਸਿੱਖ ਕੌਮ ਦੇ ਨਾਲ ਜਾਂ ਪੰਜਾਬ ਦੇ ਨਾਲ ਇਹ ਵਾਅਦਾ ਕੀਤਾ ਕਿ ਜਦੋਂ ਵੀ ਇਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੰਵਿਧਾਨ ਬਣੇਗਾ ਅਤੇ ਸੰਵਿਧਾਨ ਸਿੱਖਾਂ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਬਣੇਗਾ। ਜਿੰਨੀ ਦੇਰ ਤੱਕ ਸਿੱਖ ਇਜਾਜ਼ਤ ਨਹੀਂ ਦਿੰਦੇ, ਅਸੀਂ ਸੰਵਿਧਾਨ ਪਾਸ ਨਹੀਂ ਕਰਾਂਗੇ। ਇਹ ਵਾਅਦੇ ਕੀਤੇ ਗਏ। ਔਰ ਇਹ ਗੱਲ ਸਾਨੂੰ ਨਹੀਂ ਭੁੱਲਣੀ ਚਾਹੀਦੀ ਕਿ ਜਦੋਂ ਹੀ ਦੇਸ਼ ਆਜ਼ਾਦ ਹੋਇਆ, ਜਿਹੜੇ ਲੋਕ ਇਹ ਵਾਅਦੇ ਕਰਦੇ ਸੀ ਵੀ ਸਿੱਖਾਂ ਦੀ ਇਜਾਜ਼ਤ ਤੋਂ ਬਿਨਾਂ ਸੰਵਿਧਾਨ ਲਾਗੂ ਨਹੀਂ ਹੋ ਸਕਦਾ, ਅਤੇ ਦੇਸ਼ ਆਜ਼ਾਦ ਹੋਣ ਦੀ ਦੇਰ ਸੀ, ਸਿੱਖਾਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ, ਅਤੇ ਸਿੱਖਾਂ ਨੇ ਜਾ ਕੇ ਯਾਦ ਦਿਵਾਏ ਉਹਨਾਂ ਦੇ ਵਾਅਦੇ, ਅਤੇ ਜਵਾਬ ਮਿਲਦੇ ਨੇ ਜੀ ਸਮਾਂ ਬਦਲ ਗਿਆ, ਉਦੋਂ ਵਕਤ ਹੋਰ ਸੀ। ਇਹ ਜਵਾਬ ਮਿਲਦੇ ਨੇ, ਤੁਸੀਂ ਵੇਖੋ ਸਾਫ਼, ਕੁਝ ਸਾਲਾਂ ਬਾਅਦ ਹੀ ਸਾਫ਼ ਮੁੱਕਰੇ। 1946 ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਕਲਕੱਤੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬਿਆਨ, ਇੱਕ ਸਟੇਟਮੈਂਟ ਦਿੱਤੀ। ਉਹ ਇਹ ਸਟੇਟਮੈਂਟ ਦਿੰਦਾ ਹੈ ਵੀ ਸਿੱਖਾਂ ਦੀ ਕੁਰਬਾਨੀ ਦੇਖਦੇ ਹੋਏ ਜਦੋਂ ਵੀ ਦੇਸ਼ ਆਜ਼ਾਦ ਹੋਵੇਗਾ, ਇਹਨਾਂ ਨੂੰ ਅਸੀਂ ਇੱਕ ਐਸਾ ਇਲਾਕਾ ਹਿੰਦੁਸਤਾਨ ਦੇ ਜਾਂ ਇਸ ਦੇਸ਼ ਦੇ ਵਿੱਚ ਦੇਵਾਂਗੇ ਜਿਸ ਇਲਾਕੇ ਦੇ ਵਿੱਚ ਇਹ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਦੇ ਨੇ। ਇਹ ਵਾਅਦਾ ਕੀਤਾ, ਦੇਸ਼ ਆਜ਼ਾਦ ਹੋਇਆ, ਬਾਕੀ ਸਾਰਿਆਂ ਨੂੰ ਆਪੋ ਆਪਣੇ ਸੂਬੇ ਦੇ ਦਿੱਤੇ, ਪੰਜਾਬ ਨੂੰ ਉਹਦਾ ਸੂਬਾ ਹੀ ਨਹੀਂ ਦਿੱਤਾ ਗਿਆ। ਪੰਜਾਬੀ ਸੂਬਾ ਕਦੋਂ ਜਾ ਕੇ ਬਣਿਆ ਆਪਾਂ ਜਾਣਦੇ, ਕਿੰਨੇ ਸਾਲਾਂ ਬਾਅਦ, ਔਰ ਇੰਨਾ ਲੰਗੜਾ ਹੋਣ ਤੋਂ ਬਾਅਦ ਮਿਲਿਆ। ਕੇਵਲ ਉਸ ਪੰਜਾਬ ਦੇ ਨਾਲ ਹੀ ਧੱਕਾ ਕਿਉਂ, ਉਹਨੂੰ ਹੀ ਇੰਨਾ ਕਿਉਂ ਵੰਡਿਆ ਗਿਆ ਜਿਹਨੇ ਸਭ ਤੋਂ ਵੱਧ ਰੋਲ ਨਿਭਾਇਆ ਦੇਸ਼ ਨੂੰ ਆਜ਼ਾਦ ਕਰਾਉਣ ਲਈ। ਔਰ ਫਿਰ ਇਸੇ ਦੇ ਰਿਜ਼ਲਟ ਦੇ ਵਿੱਚ ਆਪਾਂ 1984 ਨਹੀਂ ਭੁੱਲਣੀ ਚਾਹੀਦੀ ਸਾਨੂੰ ਹਮੇਸ਼ਾ, ਕਦੀ ਵੀ। ਤੁਸੀਂ ਦੇਖੋ ਅੱਜ ਬਿੱਲਾਂ ਦੀ ਗੱਲ ਆਉਂਦੀ ਆ, ਇਹ ਸਾਰੇ ਹੱਲ ਸਾਡੇ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਸੀ। ਅੱਜ ਤੁਸੀਂ ਦੇਖੋ ਕਾਮਰੇਡੀ ਜਥੇਬੰਦੀਆਂ ਭਾਵੇਂ ਬਿੱਲਾਂ ਦੇ ਵਿਰੋਧ ਵਿੱਚ ਖੜੀਆਂ ਨੇ, ਪਰ ਅੱਜ ਬੜੇ ਲੋਕ ਸਰਕਾਰਾਂ ਦੇ ਵਿਰੋਧ ਵਿੱਚ ਖੜੇ ਨੇ, ਔਰ ਉਸ ਵਕਤ ਇਹ ਸਰਕਾਰਾਂ ਦੇ ਨਾਲ ਸੀ। ਇਹੀ ਲੋਕ ਉਹਨਾਂ ਦੇ ਨਾਲ ਸੀ ਅਤੇ ਸਾਡੇ ਸੰਘਰਸ਼ ਦੇ ਖਿਲਾਫ ਸੀ। ਇਹ ਮੈਂ ਅਨੰਦਪੁਰ ਸਾਹਿਬ ਦੇ ਮਤੇ ਦੀ ਥੋੜ੍ਹੀ ਜਿਹੀ ਗੱਲ ਕਰ ਦੇਣੀ ਜ਼ਰੂਰੀ ਸਮਝਦਾ। ਔਰ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨਾ ਇਹ ਨਾ ਸਮਝ ਲਿਓ ਵੀ ਅਸੀਂ ਵੱਖਵਾਦੀ ਜਾਂ ਅੱਤਵਾਦੀ ਹੋਣ ਦੀਆਂ ਗੱਲਾਂ ਕਰਦੇ ਹਾਂ। ਔਰ ਮੈਂ ਅਕਸਰ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਜੀ ਅਸੀਂ ਡੈਮੋਕ੍ਰੇਸੀ ਦੀ ਮਦਦ ਨਹੀਂ ਲੈਂਦੇ, ਮੈਂ ਇੱਕੋ ਹੀ ਜਵਾਬ ਦਿੰਦਾ ਹੁੰਦਾ ਹੈ, ਅਨੰਦਪੁਰ ਸਾਹਿਬ ਦਾ ਮਤਾ ਰੱਖਣਾ ਡੈਮੋਕ੍ਰੇਸੀ ਅਨੁਸਾਰ ਚੱਲਣ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਡੈਮੋਕ੍ਰੇਸੀ 'ਚ ਅਸੀਂ ਆਪਦੀਆਂ ਮੰਗਾਂ ਇੰਝ ਨਹੀਂ ਰੱਖ ਸਕਦੇ। ਅਸੀਂ ਸਭ ਕੁਛ ਡੈਮੋਕ੍ਰੇਸੀ ਦੇ ਢੰਗ ਨਾਲ ਮੰਗਾਂ ਰੱਖੀਆਂ। ਕੀ ਮੰਗਾਂ ਸੀ? ਮੰਗ ਇਹ ਸੀ ਵੀ ਜਿਹੜੀ ਕੌਮ ਨੇ ਜਾਂ ਜਿਹੜੇ ਪੰਜਾਬ ਦੇ ਲੋਕਾਂ ਨੇ 90% ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਹਿੱਸਾ ਪਾਇਆ, ਉਹਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ। ਇਹੀ ਕਿਹਾ ਸੀ ਨਾ, ਜਿਵੇਂ ਦੂਸਰੇ ਦੇਸ਼ਾਂ ਅਮਰੀਕਾ ਕੈਨੇਡਾ ਦੇ ਵਿੱਚ ਉਹਨਾਂ ਦੇ ਜਿਹੜੀਆਂ ਪ੍ਰੋਵਿੰਸਿਸ ਨੂੰ ਦਿੱਤੀ ਜਾਂਦੀ ਹੈ, ਸਾਡੇ ਪੰਜਾਬ ਨੂੰ ਵੀ ਦਿੱਤੀ ਜਾਵੇ। ਇਹੋ ਜਿਹੀਆਂ ਮੰਗਾਂ ਰੱਖੀਆਂ ਗਈਆਂ, ਪਰ ਨਹੀਂ ਮੰਨੀ ਗਈ। ਫਿਰ ਇਹ ਮੰਗਾਂ, ਜੇ ਚਲੋ ਖੇਤੀ ਦੀ ਗੱਲ ਆਉਂਦੀ ਹੈ, ਕਿਸਾਨਾਂ ਦੀ ਗੱਲ ਆਉਂਦੀ ਆ, ਇਹ ਮੰਗ ਰੱਖੀ ਗਈ ਵੀ ਜਿੱਥੇ ਵੀ ਕਿਸਾਨਾਂ ਦੀਆਂ ਫਸਲਾਂ ਜਾਂ ਪੰਜਾਬ ਦੀਆਂ ਫਸਲਾਂ ਦੀ ਗੱਲ ਆਵੇ, ਉਹਨਾਂ ਫਸਲਾਂ ਦਾ ਰੇਟ ਤੈਅ ਕਰਨਾ ਜਾਂ ਫਸਲਾਂ ਬਾਰੇ ਫੈਸਲਾ ਲੈਣ ਦਾ ਹੱਕ ਪੰਜਾਬ ਗੌਰਮੈਂਟ ਨੂੰ ਹੋਵੇ, ਕੇਂਦਰ ਗੌਰਮੈਂਟ ਆਪਣਾ ਦਖਲ ਨਾ ਦੇਵੇ। ਇਹ ਗੱਲ ਕੀਤੀ ਗਈ। ਤੁਸੀਂ ਦੇਖੋ ਅੱਜ ਜਿਹੜੇ ਲੋਕ ਉਹਨਾਂ ਬਿੱਲਾਂ ਦੇ ਵਿਰੁੱਧ ਖੜੇ ਨੇ, ਉਦੋਂ ਸਾਥ ਦੇ ਰਹੇ ਸੀ। ਅੱਜ ਜੇ ਕਿਤੇ ਉਹ ਮੰਗਾਂ ਮੰਨੀਆਂ ਜਾਂਦੀਆਂ, ਅੱਜ ਆਹ ਕੁਝ ਨਹੀਂ ਸੀ ਦੇਖਣਾ ਪੈਣਾ। ਹੁਣ ਇਹ ਕਿਸਾਨਾਂ ਦੇ ਹੱਕਾਂ ਦੀ ਗੱਲ ਨਹੀਂ ਸੀ ਕਿ ਉਦੋਂ ਉਹਨਾਂ ਨੂੰ ਸਮਝ ਨਹੀਂ ਲੱਗੀ ਵੀ ਇਹ ਕਿਸਾਨਾਂ ਦੇ ਹੱਕਾਂ ਦੀ ਗੱਲ ਹੋ ਰਹੀ ਆ। ਫਿਰ ਸਭ ਤੋਂ ਵੱਡੀ ਗੱਲ, ਜਿਹੜੇ ਮੇਰੇ ਹਿੰਦੂ ਭਰਾ
ਉਹ ਸਾਡੇ ਵਿਰੋਧ ਵਿੱਚ ਖੜ ਜਾਂਦੇ ਨੇ। ਉਹਨਾਂ ਦੇ ਹੱਕਾਂ ਦੀ ਗੱਲ ਪੰਜਾਬ ਦੇ ਵਿੱਚ ਰਹਿਣ ਵਾਲੇ ਹਿੰਦੂਆਂ ਦੀ ਵੀ ਗੱਲ ਆਉਂਦੀ ਆ। ਬਕਾਇਦਾ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਇਹ ਵੀ ਮੰਗ ਰੱਖੀ ਗਈ ਕਿ ਭਾਈ ਵੀ ਜਿਹੜੇ ਇਸ ਪੰਜਾਬ ਦੇ ਗਰੀਬ ਦੁਕਾਨਦਾਰ ਨੇ ਉਹਨਾਂ ਦੀ ਚੁੰਗੀ ਟੈਕਸ ਮਾਫ ਕੀਤਾ ਜਾਵੇ। ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਬਹੁਤੇ ਜਿਹੜੀਆਂ ਦੁਕਾਨਾਂ ਹਿੰਦੂ ਵੀਰ ਚਲਾਉਂਦੇ ਨੇ, ਉਹ ਬੰਦ ਕੀਤਾ ਜਾਵੇ ਟੈਕਸ। ਕੀ ਇਹ ਪੰਜਾਬ ਦੇ ਭਲੇ ਦੀ ਗੱਲ ਨਹੀਂ ਸੀ? ਕਿ ਅਸੀਂ ਸੱਚੀ ਵੱਖ ਹੋਣ ਦੀਆਂ ਗੱਲਾਂ ਕਰ ਰਹੇ ਸੀ? ਤਾਂ ਪੰਜਾਬ ਦੇ ਭਲੇ ਦੀ ਗੱਲ ਆ। ਫਿਰ ਸਭ ਤੋਂ ਵੱਡੀ ਗੱਲ, ਪੰਜਾਬ ਦੇ ਭਲੇ ਦੀ ਗੱਲ ਕਰਦਿਆਂ ਮੰਗ ਇਹ ਰੱਖੀ ਗਈ ਕਿ ਜਿਵੇਂ ਸ਼ਸਤਰ ਬਣਾਉਣ ਲਈ ਲਾਇਸੈਂਸ ਬਣਦਾ ਹੈ ਜਾਂ ਸ਼ਸਤਰ ਰੱਖਣ ਲਈ ਲਾਇਸੈਂਸ ਬਣਦਾ ਹੈ ਨਾ, ਉਹ ਕਿਉਂ ਬਣਦਾ? ਤਾਂ ਕਿ ਸਰਕਾਰ ਦੀ ਦੇਖ ਰੇਖ ਦੇ ਵਿੱਚ ਰਵੇ ਵੀ ਸ਼ਸਤਰ ਕਿਹਦੇ ਕੋਲੇ, ਤਾਂ ਕਿ ਉਹਦੀ ਗਲਤ ਵਰਤੋਂ ਨਾ ਕਰ ਸਕੇ। ਜਿਸ ਚੀਜ਼ ਦਾ ਲਾਇਸੈਂਸ ਹੋਵੇ ਉਸ ਚੀਜ਼ ਦੀ ਗਲਤ ਵਰਤੋਂ ਨਹੀਂ ਹੋ ਸਕਦੀ। ਮੰਗ ਇਹ ਰੱਖੀ ਗਈ ਵੀ ਜਿਹੜੇ ਫੀਮ ਤੇ ਡੋਡੇ ਜਾਂ ਹੋਰ ਨਸ਼ਾ ਕਰਦੇ ਨੇ ਉਹਨਾਂ ਦੇ ਲਾਇਸੈਂਸ ਬਣਨ, ਤਾਂ ਕਿ ਨਸ਼ੇ ਕਰਨ ਵਾਲੇ ਸਰਕਾਰਾਂ ਦੀ ਨਜ਼ਰ ਵਿੱਚ ਰਹਿਣ ਔਰ ਉਹਨਾਂ ਦੀ ਪ੍ਰੋਪਰ ਟਰੀਟਮੈਂਟ ਹੋ ਸਕੇ ਔਰ ਨਸ਼ੇ ਦੀ ਕੋਈ ਗਲਤ ਵਰਤੋਂ ਨਾ ਕਰ ਸਕੇ, ਨਸ਼ੇ ਦੀ ਗਲਤ ਵਿਕਰੀ ਨਾ ਹੋ ਸਕੇ ਔਰ ਇੱਥੇ ਨਸ਼ੇੜੀਆਂ ਦੀ ਬਹੁਤਾਤ ਨਾ ਹੋਵੇ। ਇਹ ਮੰਗ ਰੱਖੀ ਗਈ, ਮੰਗ ਨਹੀਂ ਮੰਨੀ ਗਈ ਅਤੇ ਅੱਜ ਪੰਜਾਬ ਦੇ ਚੱਪੇ ਚੱਪੇ 'ਤੇ ਸਾਨੂੰ ਨਸ਼ੇੜੀ ਅਤੇ ਚਿੱਟੇ ਖਾਣ ਵਾਲੇ ਨੌਜਵਾਨ ਮਿਲਦੇ ਨੇ। ਹੁਣ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਦੀ ਗੱਲ ਕਰ ਰਹੇ ਹਾਂ। ਇਹ ਨਜਾਇਜ਼ ਸੀ ਮੰਗਾਂ? ਪੰਜਾਬ ਦੀ ਕੇਵਲ ਇੱਕ ਮਾਰ ਨਹੀਂ ਹੈਗੀ, ਇਹ ਸਾਰੀਆਂ ਮਾਰਾਂ ਸਾਨੂੰ ਕਿਹੜੀਆਂ ਮੰਗਾਂ ਸੀ ਤੁਸੀਂ ਦੇਖੋ। ਮੰਨ ਲੈਂਦੇ ਤਾਂ ਕੀ ਹੋ ਜਾਣਾ ਸੀ? ਫਿਰ ਇੱਕ ਮੰਗ ਇਹ ਰੱਖੀ ਗਈ ਵੀ ਜਿਵੇਂ ਸਾਡੇ ਸਤਿਕਾਰਯੋਗ ਜਿਹੜੀ ਗਵਾਂਢੀ ਕੌਮ ਹੈ, ਹਿੰਦੂ ਵੀਰ ਨੇ ਜਿਹੜੇ ਸਤਿਕਾਰਯੋਗ ਵੀਰ ਨੇ, ਉਹਨਾਂ ਦੇ ਜਿਹੜੇ ਧਾਰਮਿਕ ਅਸਥਾਨਾਂ ਨੂੰ ਪਵਿੱਤਰ ਸ਼ਹਿਰ ਦੇ ਦਰਜੇ ਦਿੱਤੇ ਗਏ ਨੇ। ਤਾਂ ਆਪਾਂ ਜਾਣਦੇ ਹਾਂ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਮਤਲਬ ਕੀ ਆ? ਵੀ ਉਸ ਸ਼ਹਿਰ ਦੇ ਵਿੱਚ ਨਸ਼ਾ ਵੇਚ ਨਹੀਂ ਸਕਦਾ, ਕੋਈ ਨਸ਼ਾ ਖਾ ਨਹੀਂ ਸਕਦਾ। ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਅਤੇ ਮੰਗ ਇਹ ਰੱਖੀ ਗਈ ਵੀ ਸਾਡੇ ਗੁਰੂਆਂ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ, ਉਹਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤਾਂ ਕਿ ਉੱਥੇ ਵੀ ਕੋਈ ਨਸ਼ਾ ਨਾ ਵਿਕ ਸਕੇ। ਹੁਣ ਸ੍ਰੀ ਹਰਿਮੰਦਰ ਸਾਹਿਬ ਸਾਡਾ ਕੇਂਦਰੀ ਅਸਥਾਨ ਹੈ। ਪਵਿੱਤਰ ਸ਼ਹਿਰ ਦੀ ਮੰਗ ਰੱਖੀ ਗਈ ਵੀ ਮੰਨ ਲਓ, ਉਹਨਾਂ ਨਹੀਂ ਮੰਨੀ ਅਤੇ ਮੰਨਣੀ ਤਾਂ ਦੂਰ ਦੀ ਗੱਲ, ਇਹਨਾਂ ਵਿਰੋਧੀ ਲੋਕਾਂ ਨੇ ਸਗੋਂ ਮੈਂ ਅਕਸਰ ਇੱਕ ਇਹ ਬੇਨਤੀ ਕੀਤੀ ਹੋਈ, ਨਾਅਰੇ ਲਾ ਕੇ ਜਲੂਸ ਕੱਢੇ, ਡਾਂਗਾਂ 'ਤੇ ਸਿਗਰਟਾਂ ਟੰਗ ਕੇ ਇਹਨਾਂ ਨੇ ਜਲੂਸ ਕੱਢੇ ਅਤੇ ਨਾਲ ਨਾਅਰੇ ਲਾਏ ਵੀ ਊੜਾ ਐੜਾ ਨਹੀਂ ਪੜ੍ਹੇਂਗੇ, ਜੂੜੀ ਜੂੜਾ ਕਾਟ ਧਰੇਂਗੇ, ਸਿਗਰਟ ਬੀੜੀ ਪੀਏਂਗੇ, ਸ਼ਾਨ ਸੇ ਜੀਏਂਗੇ, ਨੱਕ 'ਤੇ ਮੱਖੀ ਬਹਿਣ ਨਹੀਂ ਦੇਣੀ, ਸਿਰ 'ਤੇ ਪਗੜੀ ਰਹਿਣ ਨਹੀਂ ਦੇਣੀ। ਪਵਿੱਤਰ ਸ਼ਹਿਰ ਦਾ ਦਰਜਾ ਤਾਂ ਕੀ ਦੇਣਾ ਸੀ, ਉਲਟਾ ਇਸ ਤਰ੍ਹਾਂ ਜ਼ਲੀਲ ਕਰਨ ਵਾਲੇ ਨਾਅਰੇ ਲਾ ਕੇ ਸਾਡਾ ਵਿਰੋਧ ਕਰਦੇ ਨੇ। ਤੁਸੀਂ ਦੇਖੋ ਆਨੰਦਪੁਰ ਸਾਹਿਬ ਦੀਆਂ ਮੰਗਾਂ ਪੰਜਾਬ ਦਾ ਹੱਲ ਸੀ, ਹਰ ਢੰਗ ਦਾ ਹੱਲ ਸੀ। ਅਸੀਂ ਅੱਜ ਖੇਤੀ ਬਿੱਲ ਜੇ ਵਾਪਸ ਕਰਾ ਲਵਾਂਗੇ, ਬਾਕੀ ਪੀੜਾਂ ਤੋਂ ਕੌਣ ਬਚਾਏਗਾ? ਪੰਜਾਬ ਦੇ ਪਾਣੀਆਂ ਨੂੰ ਕੌਣ ਬਚਾਏਗਾ? ਫਿਰ ਉਹਦੇ ਲਈ ਕੌਣ ਖੜੇਗਾ? ਆਨੰਦਪੁਰ ਸਾਹਿਬ ਦੇ ਵਿੱਚ ਸ਼ਾਇਦ ਇਹ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ, ਸ਼ੰਭੂ ਮੋਰਚੇ ਤੇ ਦੀਪ ਸਿੱਧੂ ਜਿਹੜਾ ਐਕਟਰ ਬੰਬੇ ਦੇ ਵਿੱਚ ਰਹਿੰਦਾ ਸੀ, ਸ਼ਾਇਦ ਪੰਜਾਬ ਦੀ ਧਰਤੀ ਦਾ ਜੰਮਪਲ ਜ਼ਰੂਰ ਹੈ, ਪਰ ਉਹ ਖੁਦ ਮੁਖਤਿਆਰੀ ਦੀਆਂ ਗੱਲਾਂ, ਪੰਜਾਬ ਦੇ ਹੱਕਾਂ ਦੀਆਂ ਗੱਲਾਂ, ਸਾਰੀਆਂ ਗੱਲਾਂ ਜਿਹੜੀਆਂ ਤਕਰੀਬਨ ਅੱਜ ਦੀ ਨੌਜਵਾਨੀ ਨੂੰ ਅਵੇਅਰ ਕਰਨ ਦੇ ਵਿੱਚ ਪੂਰਾ ਯੋਗਦਾਨ ਪਾ ਰਿਹਾ। ਜੀ ਬਿਲਕੁਲ ਵੈਸੇ ਦੀਪ ਸਿੱਧੂ ਬਾਰੇ ਮੈਂ ਬਹੁਤਾ ਜਾਣਦਾ ਤਾਂ ਨਹੀਂ, ਬਸ ਆ ਮੋਰਚਾ ਚੱਲਿਆ ਅਤੇ ਉਹਨਾਂ ਬਾਰੇ ਥੋੜ੍ਹਾ ਬਹੁਤ ਸੁਣਿਆ। ਮੈਂ ਤਾਂ ਇਹ ਸਪਸ਼ਟ ਕਹਿ ਦੇਵਾਂ ਵੀ ਜਿਹੜਾ ਵੀ ਇੱਥੋਂ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਔਰ ਸਹੀ ਗੱਲ ਕਰਦਾ, ਸਾਨੂੰ ਉਹਦਾ ਸਵਾਗਤ ਕਰਨਾ ਚਾਹੀਦਾ। ਠੀਕ ਹੈ, ਇਹ ਮੈਟਰ ਨਹੀਂ ਕਰਦਾ ਵੀ ਉਹਦੀ ਸ਼ਕਲ ਸੂਰਤ ਕਿਹੋ ਜਿਹੀ ਆ, ਹੋਰ ਕੀ ਵੀ ਜਦੋਂ ਸਮਾਜਿਕ ਹੱਕਾਂ ਦੀ ਗੱਲ ਆਉਂਦੀ ਹੈ ਅਤੇ ਜੇ ਉਹ ਗੱਲ ਕਰ ਰਹੇ ਨੇ ਤਾਂ ਬਹੁਤ ਵਧੀਆ ਗੱਲ ਆ। ਔਰ ਜਿੱਥੇ ਵੀ ਹੱਕਾਂ ਦੀ ਗੱਲ ਆਉਂਦੀ ਸਾਨੂੰ ਸਾਥ ਦੇਣਾ ਚਾਹੀਦਾ, ਖੜਨਾ ਚਾਹੀਦਾ। ਜਿੱਥੇ ਨਾਦਰਸ਼ਾਹੀ ਫਰਮਾਨ ਇਹਨਾਂ ਨੇ ਤੇ ਕਾਨੂੰਨ ਪਾਸ ਕੀਤੇ ਸੀ, ਉਹਦੇ ਨਾਲ ਇੱਕ ਨਾਦਰਸ਼ਾਹੀ ਫਰਮਾਨ ਹੋਰ ਵੀ ਆ ਜਾਂਦਾ ਹੈ ਕਿ ਪਰਾਲੀ ਨੂੰ ਅੱਗ ਲਾਉਣ ਵਾਲੇ ਨੂੰ 5 ਸਾਲ ਦੀ ਸਜ਼ਾ, 1 ਕਰੋੜ ਰੁਪਈਆ ਜੁਰਮਾਨਾ। ਉਹਦਾ ਕੋਈ ਹੱਲ ਨਹੀਂ ਹੋਇਆ, ਨਵੇਂ ਫਰਮਾਨ ਜਾਰੀ। ਦੇਖੋ ਬਿਲਕੁਲ ਜੀ, ਪਹਿਲਾਂ ਤਾਂ ਇਹ ਆਪਾਂ ਨੂੰ ਵਿਚਾਰ ਕਰ ਲੈਣੀ ਚਾਹੀਦੀ ਆ ਵੀ ਇੱਕ ਪਾਸੇ ਪੰਜਾਬ ਦਾ ਮਾਹੌਲ ਕੀ ਆ ਕਿ ਅਸੀਂ ਉਹਨਾਂ ਦੀ ਧੱਕੇਸ਼ਾਹੀ ਤੋਂ ਤੰਗ ਆ, ਅਸੀਂ ਆਪਦੇ ਹੱਕਾਂ ਦੀ ਮੰਗ ਕਰ ਰਹੇ ਹਾਂ। ਉਹਨਾਂ 'ਤੇ ਸਾਡੀ ਆਵਾਜ਼ ਤੱਕ ਕੀ ਸੁਣਨੀ ਸੀ, ਕਿਉਂਕਿ ਆਪਾਂ ਇਹ ਸਾਰੀ ਖਬਰਾਂ ਹਰ ਪੰਜਾਬ ਦੇ ਕੋਨੇ ਤੱਕ ਪਹੁੰਚ ਗਈਆਂ ਨੇ। ਇੱਕ ਪਾਸੇ ਅਸੀਂ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਟ੍ਰੇਨਾਂ ਰੋਕਦੇ ਹਾਂ ਤਾਂ ਕਿ ਸਾਡੀ ਆਵਾਜ਼ ਪਹੁੰਚੇ, ਅਤੇ ਬਦਲੇ ਦੇ ਵਿੱਚ ਉਹਨਾਂ ਨੇ ਕੀ ਕੀਤਾ? ਪੱਕੀ ਟ੍ਰੇਨਾਂ ਬੰਦ ਕਰਤੀਆਂ, ਜਿਹੜਾ ਵੀ ਚੀਜ਼ਾਂ ਪੰਜਾਬ ਦੇ ਵਿੱਚ ਆਉਣੀਆਂ ਬੰਦ ਕਰਤੀਆਂ। ਇਹਦਾ ਮਤਲਬ ਵੀ ਉਹ ਜਿਵੇਂ ਕਹਿੰਦੇ ਨੇ ਧੌਣ 'ਚ ਕਿੱਲਾ ਲੈ ਕੇ ਖੜੇ ਨੇ ਵੀ ਅਸੀਂ ਇਹਨਾਂ ਦੀ ਗੱਲ ਨਹੀਂ ਸੁਣਨੀ। ਇਵੇਂ ਹੀ ਹੋ ਸਕਦਾ ਵੀ ਇਹ ਆਪਦਾ ਜਿਵੇਂ ਧੌਣ 'ਚ ਕਿੱਲੇ ਵਾਲੀ ਗੱਲ ਸਾਬਤ ਕਰ ਰਹੇ ਨੇ ਵੀ ਅਸੀਂ ਨਹੀਂ ਤੁਹਾਡੀ ਸੁਣਨੀ, ਔਰ ਬਦਲੇ ਦੇ ਵਿੱਚ ਸਾਨੂੰ ਹੋਰ ਤੁਸੀਂ ਕਹਿ ਲਓ ਵੀ ਚੜਾਉਣ ਵਾਸਤੇ ਗੱਲਾਂ ਕਰ ਰਹੇ ਨੇ। ਹੁਣ ਕਿਸਾਨਾਂ ਲਈ ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਮੰਗ ਰਹੇ ਨੇ, ਦੂਜੇ ਪਾਸੇ ਉਹਨਾਂ ਦਾ ਇਹ ਫਰਮਾਨ ਜਾਰੀ ਹੋ ਜਾਣਾ ਵੀ ਪਰਾਲੀ ਨਹੀਂ ਸਾੜਨੀ। ਅਤੇ ਮੈਂ ਤਾਂ ਉਹਨਾਂ ਨੂੰ ਇੱਕ ਇਹ ਬੇਨਤੀ ਕਰਦਾ ਹੈ ਵੀ ਪਰਾਲੀ ਸਾੜਨ ਦੇ ਨਾਲ ਜਾਂ ਨਾ ਸਾੜਨ ਦੇ ਨਾਲ ਇਨਵਾਇਰਮੈਂਟ 'ਤੇ ਕੀ ਫਰਕ ਪੈਂਦਾ ਹੈ, ਇਹ ਵਿਚਾਰਨ ਦੀ ਤਾਂ
ਅਗਲੀ ਗੱਲ ਆ, ਪਹਿਲਾਂ ਤਾਂ ਇਹ ਦੇਖੋ ਵੀ ਕੀ এনवायरमेंट ਦਾ ਨੁਕਸਾਨ ਕੇਵਲ ਪਰਾਲੀ ਸਾੜਨ ਦੇ ਨਾਲ ਹੀ ਹੁੰਦਾ ਹੈ ਕਿ ਫੈਕਟਰੀਆਂ ਦਾ ਧੂੰਆਂ ਨੁਕਸਾਨ ਨਹੀਂ ਕਰਦੀਆਂ। ਔਰ ਇਹ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ ਪਰਾਲੀ ਸਾੜਨਾ ਇਹਦਾ ਪ੍ਰਦੂਸ਼ਣ ਤਾਂ ਇੱਕ ਕੁਦਰਤੀ ਆ, ਹੁਣ ਕੁਦਰਤ ਦੀ ਬਣੀ ਚੀਜ਼ ਦਾ ਪ੍ਰਦੂਸ਼ਣ। ਫੈਕਟਰੀਆਂ ਦੇ ਵਿੱਚ ਜਿਹੜਾ ਪ੍ਰਦੂਸ਼ਣ ਫੈਲ ਰਿਹਾ ਉਹ ਕੈਮੀਕਲ ਪ੍ਰਦੂਸ਼ਣ ਆ, ਔਰ ਉਸ ਪ੍ਰਦੂਸ਼ਣ ਦਾ ਨੁਕਸਾਨ ਪਰਾਲੀ ਦੇ ਸੜਨ ਤੋਂ ਕਿਤੇ ਗੁਣਾ ਵੱਧ ਹੈ ਕਿ ਉਹਨਾਂ ਨੂੰ ਇੰਡਸਟਰੀਜ਼ ਦਾ ਪ੍ਰਦੂਸ਼ਣ ਨਹੀਂ ਦਿਖਦਾ। ਹਾਲਾਂਕਿ ਕਿਸਾਨ ਜੋ ਕੁਝ ਸਾਨੂੰ ਦਿੰਦੇ ਨੇ ਉਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ, ਭੋਜਨ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ, ਅਤੇ ਇੰਡਸਟਰੀਜ਼ ਜੋ ਦਿੰਦੀਆਂ ਨੇ ਉਹਦੇ ਬਿਨਾਂ ਗੁਜ਼ਾਰਾ ਹੋ ਵੀ ਸਕਦਾ। ਪਰ ਉਹਨਾਂ ਦੇ ਪ੍ਰਦੂਸ਼ਣ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ, ਬਸ ਕਿਸਾਨਾਂ ਦਾ ਪ੍ਰਦੂਸ਼ਣ ਦਿਖਦਾ ਹੈ। ਅਤੇ ਮੈਂ ਕਹਿੰਦਾ ਵੀ ਚਲੋ ਦਿਖਦਾ ਹੈ, ਮੰਨ ਲਓ ਕਿਸਾਨਾਂ ਦੇ ਵੱਲੋਂ ਪਰਾਲੀ ਸਾੜਨ ਦੇ ਨਾਲ ਪ੍ਰਦੂਸ਼ਣ ਫੈਲਦਾ ਹੈ, ਤੁਸੀਂ ਇਹ ਬੰਦ ਕਰਨਾ ਚਾਹੁੰਦੇ, ਕੋਈ ਬਦਲ ਤਾਂ ਦਿਓ। ਮੰਨ ਲਓ ਹੁਣ ਜਿਵੇਂ ਕੋਈ ਬਾਹਰਲਾ ਦੇਸ਼ ਆ ਵੀ ਉਹਨਾਂ ਨੂੰ ਪਤਾ ਵੀ ਇਸ ਚੀਜ਼ ਨਾਲ ਨੁਕਸਾਨ ਹੋ ਰਿਹਾ ਹੈ ਅਤੇ ਆਮ ਲੋਕ ਕਰ ਰਹੇ ਨੇ, ਅਤੇ ਪਹਿਲਾਂ ਉਹਨਾਂ ਦਾ ਦਰਦ ਤਾਂ ਸੁਣਨ ਵੀ ਮੰਨ ਲਓ ਜੇ ਹੁਣ ਪਰਾਲੀ ਨਹੀਂ ਸਾੜਦੇ ਤਾਂ ਕਿਸਾਨਾਂ ਦਾ ਕੀ ਨੁਕਸਾਨ ਹੁੰਦਾ ਹੈ, ਜੋ ਨੁਕਸਾਨ ਹੁੰਦਾ ਉਹਦੀ ਭਰਪਾਈ ਕਰਕੇ ਦੇਣ, ਪਰਾਲੀ ਨੂੰ ਸਾਂਭਣ ਦਾ ਕੋਈ ਬਦਲ ਦੇਣ, ਫਿਰ ਇਹ ਆਪਣੇ ਫਰਮਾਨ ਕਰਨ। ਚਲੋ ਉਹਨਾਂ ਨੇ ਬਦਲ ਦਿੱਤੇ ਵੀ, ਪਰ ਇਹੋ ਜਿਹੇ ਬਦਲ ਦਿੱਤੇ ਜਿਹੜੇ ਕੋਈ ਬਹੁਤੇ ਹੱਲ ਨਹੀਂ ਹੈਗੇ। ਤੁਸੀਂ ਦੇਖੋ, ਕਿਉਂਕਿ ਜਿਹੜੇ ਬਦਲ ਦਿੱਤੇ ਨੇ ਕਿ ਉਹਨਾਂ ਦੇ ਨਾਲ ਪ੍ਰਦੂਸ਼ਣ ਨਹੀਂ ਫੈਲਦਾ, ਅਤੇ ਆਮ ਲੋਕ, ਆਪਾਂ ਨੂੰ ਪਤਾ ਪੰਜਾਬ ਦੇ ਕਿਸਾਨਾਂ ਦੀ ਕਿੰਨੀ ਕੁ ਆਰਥਿਕ ਹਾਲਾਤ ਹੈਗੇ ਨੇ। ਆਮ ਕਿਸਾਨ, ਇਹ ਵੀ ਸਰਕਾਰ ਨੂੰ ਧਿਆਨ 'ਚ ਰੱਖਣਾ ਪੈਣਾ ਵੀ ਆਮ ਕਿਸਾਨ ਜਿਹੜੇ ਤੁਸੀਂ ਬਦਲ ਦਿੱਤੇ ਆ ਕਿ ਆਮ ਕਿਸਾਨ ਉਹਨਾਂ ਜਿਹੜੇ ਬਦਲ ਨੇ ਉਹਨਾਂ ਦਾ ਜਿਹੜਾ ਉਹਨਾਂ ਦੇ ਨਾਲ ਹੱਲ ਕਰ ਸਕਦਾ ਜਾਂ ਉਹਨਾਂ ਦੀ ਵਰਤੋਂ ਕਰ ਸਕਦਾ ਆਪਣੇ ਆਰਥਿਕ ਹਾਲਾਤਾਂ ਅਨੁਸਾਰ, ਕੀ ਖਰੀਦ ਸਕਦਾ ਉਹੋ ਜਿਹੀਆਂ ਚੀਜ਼ਾਂ। ਇਹ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਬਹੁਤ ਜ਼ਰੂਰੀ ਨੇ ਵੀ ਕੋਈ ਚੰਗਾ ਬਦਲ ਤਾਂ ਦਿਓ। ਤੁਸੀਂ ਗੱਲ ਕੀਤੀ ਸੀ ਪ੍ਰਦੂਸ਼ਣ ਦੀ, ਕਹਿੰਦੇ ਪਰਾਲੀ ਦਾ ਪ੍ਰਦੂਸ਼ਣ ਹੈ, ਜਿਵੇਂ ਪਿੱਛੇ ਲੋਕਡਾਊਨ ਹੋਇਆ ਸੀ ਉਹ ਤੋਂ ਕੁਝ ਦਿਨ ਫੈਕਟਰੀਆਂ ਸਾਰਾ ਕੁਝ ਵਹੀਕਲ ਬੰਦ ਸੀ ਕਿ ਉਹ ਤੋਂ ਵਾਤਾਵਰਨ ਜਿਹੜਾ ਗਵਾਹੀ ਭਰਦਾ ਸੀ ਇਸ ਚੀਜ਼ ਦੀ ਵੀ ਵਾਕਈ ਜਿਹੜਾ ਪ੍ਰਦੂਸ਼ਣ ਆ ਉਹ ਹੋਰਨਾਂ ਚੀਜ਼ਾਂ ਦਾ। ਜੀ ਬਿਲਕੁਲ, ਇਹ ਚੀਜ਼ ਗਵਾਹੀ ਭਰਦੀ ਹੈ। ਨਾਲ ਸਾਨੂੰ ਇਹ ਸੋਚ ਲੈਣਾ ਚਾਹੀਦਾ ਵੀ ਇਸ এনवायरमेंट ਨੂੰ ਨਾ ਸਹੀ ਨੁਕਸਾਨ ਇੰਡਸਟਰੀਅਲ ਅਤੇ ਕੈਮੀਕਲ ਧੂੰਆਂ ਕਰਦਾ ਹੈ, ਕਿਉਂਕਿ ਇਹ ਪਰਾਲੀ ਸਾਂਭਣ ਦੇ ਕੰਮ ਤਾਂ ਪਹਿਲਾਂ ਤੋਂ ਹੁੰਦੇ ਆ ਰਹੇ ਨੇ। ਪਰ ਨਾਲ ਇੱਕ ਇਹ ਵੀ ਗੱਲ ਆਉਂਦੀ ਨਾ, ਇਕੱਲਾ ਕਿਸਾਨਾਂ ਦੀ ਪਰਾਲੀ ਦਾ ਧੂੰਆਂ ਨਹੀਂ, ਜਿਵੇਂ ਦੀਵਾਲੀ, ਦੁਸਹਿਰਾ, ਫੈਕਟਰੀਆਂ, ਹੋਰ ਬੜੇ ਜਿਹੜੇ ਜਿਹੜੇ ਸਾਧਨ ਹੈਗੇ ਜਿਨ੍ਹਾਂ ਦੇ ਵਿੱਚ ਸਮੇਂ-ਸਮੇਂ 'ਤੇ ਜਿਹੜੇ ਸਾਡੇ ਲੋਕ ਜਿਵੇਂ ਰਾਵਣ ਦਾ ਪੁਤਲਾ ਫੂਕ ਲੈਣਾ, ਦੀਵਾਲੀ 'ਤੇ ਪਟਾਕੇ ਚਲਾ ਲੈਣੇ, ਬੜਾ ਕੁਛ ਹੈਗਾ। ਦੇਖੋ ਬਹੁਤ ਕੁਛ ਹੈਗਾ। ਦੀਵਾਲੀ ਦੀ ਗੱਲ ਆਪਾਂ ਕਰਦੇ, ਦੁਸਹਿਰੇ ਦੀ ਚਲੋ ਗੱਲ ਕਰਦੇ ਹਾਂ, ਨਾਲ ਇੱਕ ਮੈਂ ਇਹ ਗੱਲ ਕਰਦੇ ਨਹੀਂ ਜਿਹੜੀ ਜ਼ਰੂਰੀ ਸਮਝਦਾ ਹੈ ਕਿ ਪਰਾਲੀ ਸਾੜਨ ਦਾ ਇਹ ਤਾਂ ਪਹਿਲਾਂ ਵੀ ਚਲੋ ਹੁੰਦਾ ਰਿਹਾ ਸੀ, ਪਰ ਜਿੰਨਾ ਕੁ ਕੁਦਰਤੀ ਪ੍ਰਦੂਸ਼ਣ ਫੈਲਦਾ ਹੈ ਇਸ ਚੀਜ਼ ਦਾ ਹੱਲ ਕੱਢਣ ਦਾ ਜਿਹੜਾ ਸਾਧਨ ਕੁਦਰਤ ਕੋਲ ਹੈ, ਕੁਦਰਤ ਇਸ ਚੀਜ਼ਾਂ ਨੂੰ ਸਾਂਭ ਲੈਂਦੀ ਆ। ਪਰ ਅਸਲ ਦੇ ਵਿੱਚ ਅਸੀਂ ਇੰਡਸਟਰੀਅਲ ਜਾਂ ਕੈਮੀਕਲ ਧੂੰਆਂ ਇੰਨਾ ਜ਼ਿਆਦਾ ਕਰ ਦਿੱਤਾ ਵੀ ਜਿਹਦੇ ਕਰਕੇ ਕੁਦਰਤ ਤੋਂ ਨਹੀਂ ਸਾਂਭਿਆ ਜਾ ਰਿਹਾ। ਵੀ ਜਿਨ੍ਹਾਂ ਚੀਜ਼ਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਉੱਥੇ ਤਾਂ ਸੁਚੇਤ ਹੋ ਨਹੀਂ ਰਹੇ। ਰਾਵਣ ਦੇ ਪੁਤਲੇ ਅਸੀਂ ਫੂਕਦੇ ਹਾਂ, ਪਟਾਕੇ ਇੰਨੇ ਚਲਾਉਂਦੇ। ਅਤੇ ਮੈਂ ਅਕਸਰ, ਮੈਨੂੰ ਯਾਦ ਆ ਪਿਛਲੇ ਸਾਲ ਇੱਕ ਆਸਟ੍ਰੇਲੀਆ ਦੇ ਰੇਡੀਓ 'ਤੇ ਮੈਂ ਇੱਕ ਦਿੱਤਾ ਸੀ, ਉਹਨਾਂ ਨੇ ਇੰਟਰਵਿਊ ਲਈ, ਅਤੇ ਮੈਂ ਉਹਨਾਂ ਨੂੰ ਇੱਕ ਜਵਾਬ ਦਿੱਤਾ ਸੀ ਕਿ ਗੁਰੂ ਨਾਨਕ ਸਾਹਿਬ ਕਿਹਨਾਂ ਨਾਲ ਖੜ੍ਹਦੇ ਰਹੇ? ਉਹਨਾਂ ਨਾਲ ਜ਼ਰੂਰ ਖੜ੍ਹੇ ਨੇ ਜਿਨ੍ਹਾਂ 'ਤੇ ਜ਼ੁਲਮ ਹੁੰਦਾ ਹੈ। ਇਹ ਖੜ੍ਹਦੇ ਰਹੇ ਨੇ, ਦੀਨਾਂ ਨਾਲ ਖੜ੍ਹਦੇ ਰਹੇ, ਗਰੀਬਾਂ ਨਾਲ ਖੜ੍ਹਦੇ ਪਏ ਨੇ, ਲੋੜਵੰਦਾਂ ਨਾਲ ਗੁਰੂ ਨਾਨਕ ਸਾਹਿਬ ਖੜ੍ਹੇ ਨੇ। ਔਰ ਅੱਜ ਸੋਚ ਕੇ ਦੇਖੋ ਵੀ ਜਦੋਂ ਅਸੀਂ ਦੀਵਾਲੀ 'ਤੇ ਪਟਾਕੇ ਚਲਾਉਂਦੇ ਹਾਂ, ਆਮ ਜੀਵ ਜਿਵੇਂ ਤੁਸੀਂ ਮੱਝਾਂ ਜਾਂ ਕੁੱਤਿਆਂ ਜਾਂ ਆਮ ਪੰਛੀਆਂ ਵੱਲ ਦੇਖ ਲਿਓ, ਉਹ ਡਰ ਕੇ ਕੋਨਿਆਂ ਨਾਲ ਲੱਗ ਜਾਂਦੇ ਨੇ। ਅੱਜ ਗੁਰੂ ਨਾਨਕ ਸਾਹਿਬ ਨੇ ਉਹਨਾਂ ਨਾਲ ਖੜਨਾ ਹੈ ਅਤੇ ਇਨਸਾਨ ਨੂੰ ਬੋਲ ਰਹੇ ਹੋਣਾ ਹੈ, ਇਨਸਾਨ ਤੂੰ ਇਹਨਾਂ 'ਤੇ ਜ਼ੁਲਮ ਕਰ ਰਿਹਾ। ਅਸੀਂ ਦੇਖੋ ਗੁਰੂਆਂ ਦੇ ਪੁਰਬ ਮਨਾਉਂਦੇ ਹਾਂ, ਉਹਨਾਂ ਦੇ ਸ਼ਬਦਾਂ ਦੀ ਉਲੰਘਣਾ ਕਰਕੇ। ਇਹ ਕਿੱਥੋਂ ਦੇ ਪੁਰਬ ਮਨਾਉਣੇ ਹੋਏ? ਸੋਚ ਕੇ ਦੇਖੋ। ਔਰ ਦੂਜੀ ਗੱਲ, ਰਾਵਣ ਦਾ ਪੁਤਲਾ ਸਾੜਨਾ, ਵੀ ਰਾਵਣ ਨੂੰ ਜਿੰਨਾ ਅਸੀਂ ਜ਼ਲੀਲ ਕਰ ਰਹੇ ਹਾਂ ਉਸ ਤੋਂ ਕਸੂਰਵਾਰ ਹੋਰ ਬੜੇ ਵੱਧ ਲੋਕ ਨੇ। ਮੌਜੂਦਾ ਸਮੇਂ ਦੇ ਵਿੱਚ ਵੀ ਬੜੇ ਲੋਕ ਉਸ ਤੋਂ ਕਿਤੇ ਵੱਧ ਗੁਨਾਹ ਕਮਾਉਣ ਵਾਲੇ ਲੋਕ ਹੈਗੇ ਨੇ। ਉਹਨਾਂ ਦੇ ਪੁਤਲੇ ਕਿਉਂ ਨਹੀਂ ਸਾੜੇ ਜਾਂਦੇ? ਜਿਹੜੀ ਗੱਲ ਕਰਦੇ ਨੇ ਕਿ ਰਾਵਣ ਦਾ ਪੁਤਲਾ ਫੂਕਦੇ ਜੀ, ਬੜੀਆਂ ਗੱਲਾਂ ਕਰਦੇ, ਉਹ ਖੁਦ ਜਾ ਕੇ ਦੀਵਾਲੀ ਦੇ ਪਟਾਕੇ ਚਲਾ ਰਹੇ ਹੁੰਦੇ ਆ। ਬਿਲਕੁਲ ਜੀ, ਦੀਵਾਲੀ ਦੇ ਪਟਾਕੇ ਚਲਾ ਰਹੇ ਹੁੰਦੇ ਨੇ ਔਰ ਪਰਾਲੀ ਦੇ ਹੱਕਾਂ ਦੀ ਗੱਲ ਕਰਦੇ ਨੇ। ਮੈਂ ਉਹੀ ਬੇਨਤੀ ਜਿਹੜੀ ਕਰ ਰਿਹਾ ਨਾ, ਦੀਵਾਲੀ 'ਤੇ ਪਟਾਕੇ ਚਲਾ ਰਹੇ ਹਾਂ, ਕੀ ਮੰਤਵ ਹੈ ਸਾਡਾ? ਕੀ ਅਸੀਂ ਗੁਰਪੁਰਬ ਇੰਝ ਹੀ ਮਨਾ ਸਕਦੇ ਹਾਂ? ਕੀ ਜਾਂ ਦੀਵਾਲੀ ਵਰਗੇ ਤਿਉਹਾਰ ਇਸ ਤਰ੍ਹਾਂ ਹੀ ਮਨਾਉਣੇ ਅਸੀਂ? ਕੀ ਕੋਈ ਹੋਰ ਢੰਗ ਨਹੀਂ ਹੈਗਾ?
ਕਿ ਅਸੀਂ ਗਰੀਬਾਂ ਦੇ ਨਾਲ ਜਾਂ ਹੋਰਾਂ ਨਾਲ ਮਿਲ ਬੈਠ ਕੇ ਇੱਕ ਦੂਜੇ ਨਾਲ ਪਿਆਰ ਦੇ ਕੇ ਇੱਕ ਦੂਜੇ ਨਾਲ ਵੰਡ ਕੇ ਕੀ ਅਸੀਂ ਇਸ ਤਰ੍ਹਾਂ ਕਿਉਂ ਨਹੀਂ ਕਰ ਲੈਂਦੇ? ਕੋਈ ਚੰਗਾ ਤਿਉਹਾਰ ਹੁੰਦਾ ਹੈ, ਕੋਈ ਗਰੀਬਾਂ ਦੇ ਨਾਲ ਪਰਿਵਾਰਕ ਤੌਰ 'ਤੇ ਬੈਠੀ ਉਹਨਾਂ ਦੇ ਨਾਲ ਬੈਠ ਕੇ ਖਾਣਾ ਖਾਈਏ। ਕਿ ਸਾਡੇ ਤਿਉਹਾਰ ਇਸ ਤਰ੍ਹਾਂ ਨਹੀਂ ਮਨਾਏ ਜਾ ਸਕਦੇ ਕਿ ਪਟਾਕੇ ਚਲਾ ਕੇ ਹੀ ਸਾਨੂੰ ਖੁਸ਼ੀਆਂ ਮਿਲਦੀਆਂ ਨੇ? ਗੁਰੂ ਦੇ ਬਚਨਾਂ ਇੱਕ ਪਾਸੇ ਅਸੀਂ ਰੋਜ਼ ਜਪਜੀ ਸਾਹਿਬ 'ਚ ਪੜ੍ਹ ਦਿੰਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅਤੇ ਉਸ ਪਵਨ ਗੁਰੂ ਨਾਲ ਇਹ ਸਲੂਕ ਕਰਕੇ ਅਸੀਂ ਉਹਦੇ ਤਿਉਹਾਰ ਮਨਾ ਸਕਦੇ ਹਾਂ। ਇੰਝ ਮਨਾਉਣੇ ਨੇ ਅਸੀਂ ਤਿਉਹਾਰ। ਤੋ ਇਹਨਾਂ ਚੀਜ਼ਾਂ ਤੋਂ ਜਿਵੇਂ ਰਾਵਣ ਨੂੰ ਬਹੁਤ ਜ਼ਿਆਦਾ ਬਦਨਾਮ ਕੀਤਾ ਜਾਂਦਾ, ਜਦੋਂ ਦੁਸਹਿਰਾ ਆਉਂਦਾ ਰਾਵਣ ਦੇ, ਹੁਣ ਜਿਵੇਂ ਰਾਵਣ ਦਾ ਦਰਜਾ ਜਿਹੜਾ ਮੋਦੀ ਨੂੰ ਦੇਣ ਦੀ ਵੀ ਕੋਸ਼ਿਸ਼ ਕੀਤੀ ਵੀ ਮੋਦੀ ਦੇ ਪੁਤਲੇ ਫੂਕੇ, ਪਰ ਅਸਲ ਦੇ ਵਿੱਚ ਗੁਰਬਾਣੀ ਦੇ ਮੁਤਾਬਕ ਰਾਵਣ ਦਾ ਜਿਹੜਾ ਕਰੈਕਟਰ ਹੈ ਕੀ ਆ, ਜਿਹੜੀਆਂ ਇਹਦੀਆਂ ਗੱਲਾਂ ਆਉਂਦੀਆਂ ਸਾਹਮਣੇ? ਪਹਿਲੀ ਤਾਂ ਗੱਲ ਇਹ ਜੀ, ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ ਵੀ ਗੁਰਬਾਣੀ ਦੇ ਵਿੱਚ ਨਾ ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਆ। ਗੁਰਬਾਣੀ ਦਾ ਇੱਕ ਸਿਧਾਂਤ ਇਹ ਆ ਵੀ ਸਾਂਝ ਕਰੀਜੈ ਗੁਨਾਹ ਕੇਰੀ ਛੋੜ ਅਵਗਣ ਚੱਲੀਏ। ਗੁਰਬਾਣੀ ਨੇ ਹਮੇਸ਼ਾ ਗੁਣਾਂ ਦੀ ਸਾਂਝ ਪਾਈ ਆ ਅਤੇ ਅਵਗੁਣਾਂ ਨੂੰ ਛੱਡਿਆ ਹੈ। ਗੁਰਬਾਣੀ ਨੇ ਕਦੀ ਕਿਸੇ ਬੰਦੇ ਦੀ ਹਮਾਇਤ ਜਾਂ ਬੰਦੇ ਦਾ ਵਿਰੋਧ ਨਹੀਂ ਕੀਤਾ। ਗੁਰਬਾਣੀ ਨੇ ਗੁਣਾਂ ਦੀ ਹਮਾਇਤ ਅਤੇ ਅਵਗੁਣਾਂ ਦਾ ਵਿਰੋਧ ਕੀਤਾ। ਦੇਖੋ, ਰਾਵਣ ਦੇ ਵਿੱਚ ਅਵਗੁਣ ਵੀ ਸੀ, ਔਰ ਮੈਂ ਇਹ ਵੀ ਸਪਸ਼ਟ ਕਹਿ ਦੇਵਾਂ, ਗੁਰਬਾਣੀ ਮੁਤਾਬਕ ਸ਼੍ਰੀ ਰਾਮ 'ਚ ਵੀ ਅਵਗੁਣ ਸੀ। ਗੁਰਬਾਣੀ ਮੁਤਾਬਕ ਸ਼੍ਰੀ ਰਾਮ 'ਚ ਗੁਣ ਵੀ ਹੈਗੇ ਨੇ, ਅਵਗੁਣ ਵੀ ਸੀ। ਗੁਰਬਾਣੀ ਮੁਤਾਬਕ ਰਾਵਣ 'ਚ ਗੁਣ ਵੀ ਹੈਗੇ ਨੇ ਅਤੇ ਅਵਗੁਣ ਵੀ ਸੀ। ਜੇ ਹੁਣ ਸ਼੍ਰੀ ਰਾਮ ਦੀ ਗੱਲ ਕਰੀਏ, ਉਹਨਾਂ ਦੇ ਗੁਣਾਂ ਦੀ ਗੱਲ ਆਉਂਦੀ ਆ ਅਤੇ ਉੱਥੇ ਅਵਗੁਣਾਂ ਦੀ ਵੀ ਗੱਲ ਆਈ ਕਿ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਛਮਣ ਵਿਛੜ ਗਿਆ। ਕਿ ਸ਼੍ਰੀ ਰਾਮ ਨੂੰ ਜਦੋਂ ਅਯੋਧਿਆ ਤੋਂ ਨਿਕਾਲਾ ਮਿਲਿਆ ਉਹ ਰੋ ਪਏ। ਹੁਣ ਤੁਸੀਂ ਦੇਖੋ, ਅਸੀਂ ਸ਼ਰਧਾ ਕਰਦੇ ਹਾਂ, ਮੈਂ ਅਕਸਰ ਬੇਨਤੀ ਕਰਦਾ ਹੁੰਦਾ ਹੈ, ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਅਨੰਦਪੁਰ ਸਾਹਿਬ ਛੱਡਿਆ, ਉਜੜਿਆ ਅਨੰਦਪੁਰ ਸਾਹਿਬ ਛੱਡਣਾ ਪਿਆ, ਉਹਨਾਂ ਦਾ ਚਿਹਰਾ ਖਿੜਿਆ ਹੈ। ਦੂਜੇ ਪਾਸੇ ਸ਼੍ਰੀ ਰਾਮ ਨੂੰ ਅਯੋਧਿਆ ਤੋਂ ਨਿਕਾਲਾ ਮਿਲਿਆ, ਉਹ ਰੋ ਰਹੇ ਨੇ। ਤੁਲਨਾ ਹੋ ਸਕਦੀ ਕਿ ਸਾਡੇ ਗੁਰੂਆਂ ਨਾਲ ਉਹਨਾਂ ਦੀ? ਕਈ ਜਿਹੜੇ ਸਾਡੇ ਗੁਰੂਆਂ ਨੂੰ ਉਹਨਾਂ ਦੀ ਜੋਤ ਦੱਸਦੇ ਨੇ, ਕਿਵੇਂ ਤੁਲਨਾ ਕਰ ਸਕਦੇ ਅਸੀਂ? ਇੱਕ ਪਾਸੇ ਅਨੰਦਪੁਰ ਸਾਹਿਬ ਛੱਡ ਕੇ ਵੀ ਖਿੜਨ ਵਾਲਾ, ਦੂਜੇ ਪਾਸੇ ਅਯੋਧਿਆ ਤੋਂ ਨਿਕਾਲਾ ਮਿਲਿਆ ਤੇ ਰੋਣ ਵਾਲਾ। ਇਹਨਾਂ ਦੀ ਆਪਸ 'ਚ ਤੁਲਨਾ ਕਿਵੇਂ ਹੋ ਸਕਦੀ ਹੈ? ਪਰ ਮੈਂ ਉਹਨਾਂ ਨੂੰ ਪੂਰਾ ਨਹੀਂ ਨਿੰਦ ਰਿਹਾ। ਮੈਂ ਜੇ ਕਹੋਗੇ ਵੀ ਮੈਂ ਉਹਨਾਂ ਨੂੰ ਨਿੰਦਣ ਲੱਗ ਗਿਆ, ਨਹੀਂ। ਗੁਰਬਾਣੀ ਨੇ ਕਿਸੇ ਬੰਦੇ ਦੀ ਹਮਾਇਤ, ਬੰਦੇ ਦਾ ਵਿਰੋਧ ਨਹੀਂ ਕੀਤਾ। ਜਿੱਥੇ ਉਹਨਾਂ ਦੇ ਗੁਣਾਂ ਦੀ ਗੱਲ ਆਈ ਗੁਣਾਂ ਦਾ ਜ਼ਿਕਰ ਕੀਤਾ, ਅਵਗੁਣਾਂ ਦੀ ਗੱਲ ਆਈ ਅਵਗੁਣਾਂ ਦਾ ਜ਼ਿਕਰ ਕੀਤਾ। ਜੇ ਰਾਵਣ ਦੀ ਗੱਲ ਆਈ ਅਤੇ ਉਹਦੇ ਅਵਗੁਣਾਂ ਦੀ ਗੱਲ ਆਈ ਅਤੇ ਮਹਾਰਾਜ ਨੇ ਕਿਹਾ ਸੋਨਾ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਵੀ ਸੋਨਾ ਦੀ ਲੰਕਾ ਵਾਲਾ ਉਹ ਰਾਵਣ ਆਪਣੇ ਨਾਲ ਕੀ ਲੈ ਗਿਆ? ਜਦੋਂ ਪਦਾਰਥਾਂ ਦੇ ਹੰਕਾਰ ਦੀ ਗੱਲ ਆਵੇਗੀ ਉੱਥੇ ਰਾਵਣ ਨੂੰ ਮੂਰਖ ਕਹਿ ਦਿੱਤਾ, ਉੱਥੇ ਉਹਦਾ ਅਵਗੁਣ ਸੀ, ਅਵਗੁਣ ਜ਼ਿਕਰ ਕਰ ਦਿੱਤਾ। ਸੋ ਜਿੱਥੇ ਸ਼੍ਰੀ ਰਾਮ ਦੇ ਗੁਣ ਤੇ ਅਵਗੁਣਾਂ ਦੀ ਗੱਲ ਕੀਤੀ, ਉੱਥੇ ਰਾਵਣ ਦੇ ਵੀ ਜੇ ਅਵਗੁਣਾਂ ਦੀ ਗੱਲ ਆਈ ਤੇ ਮਹਾਰਾਜ ਨੇ ਉਹਦੇ ਅਵਗੁਣ ਵੀ ਦੱਸਿਆ। ਮਹਾਰਾਜ ਦਾ ਇੱਕ ਬਚਨ ਆਉਂਦਾ ਗੁਰਬਾਣੀ ਦੇ ਵਿੱਚ, ਮਹਾਰਾਜ ਕਹਿੰਦੇ ਨੇ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਜਦੋਂ ਵੀ ਪਦਾਰਥਾਂ ਦੇ ਹੰਕਾਰ ਦੀ ਗੱਲ ਆਏਗੀ ਉੱਥੇ ਮਹਾਰਾਜ ਨੇ ਰਾਵਣ ਨੂੰ ਮੂਰਖ ਦੱਸਿਆ ਵੀ ਇੰਨੇ ਪਦਾਰਥ ਇਕੱਠੇ ਕਰਨ ਵਾਲਾ ਰਾਵਣ ਆਪਣੇ ਨਾਲ ਕੀ ਲੈ ਗਿਆ? ਹੰਕਾਰ ਕਰਦਾ ਸੀ, ਕੀ ਲੈ ਗਿਆ ਨਾਲ? ਉਹ ਹੰਕਾਰ ਕਰਨਾ ਰਾਵਣ ਦਾ ਅਵਗੁਣ ਸੀ, ਉੱਥੇ ਉਹਦੇ ਅਵਗੁਣ ਦਾ ਜ਼ਿਕਰ ਕਰ ਦਿੱਤਾ। ਪਰ ਇਹ ਨਹੀਂ ਵੀ ਰਾਵਣ ਦੀ ਪੂਰੀ ਸ਼ਖਸੀਅਤ ਨੂੰ ਹੀ ਮਹਾਰਾਜ ਨੇ ਨਕਾਰ ਦਿੱਤਾ, ਨਹੀਂ। ਮਹਾਰਾਜ ਨੇ ਉਹਦਾ ਗੁਣ ਵੀ ਦੱਸਿਆ। ਮਹਾਰਾਜ ਨੇ ਇੱਕ ਜ਼ਿਕਰ ਕੀਤਾ, ਮਹਾਰਾਜ ਕਹਿੰਦੇ ਸੰਮਨ ਪ੍ਰੇਮ ਜਿਉ ਮਹਾਰਾਜ ਨੇ ਜ਼ਿਕਰ ਕੀਤਾ, ਸੰਮਨ ਜਾਓ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ ਰਾਵਣ ਹੁਤੇ ਸੋ ਰੰਕਨ ਹੈ ਜਿਨ ਸਿਰ ਦੀਨੇ ਕਾਟ। ਮਹਾਰਾਜ ਕਹਿੰਦੇ ਜਦੋਂ ਪ੍ਰੇਮ ਦੀ ਗੱਲ ਆਉਂਦੀ ਆ ਨਾ, ਜਿਹਨੂੰ ਪ੍ਰੇਮ ਕਰਦੇ ਆ ਉਹਨੂੰ ਕਦੀ ਵੀ ਧਨ ਦੌਲਤ ਨਾਲ ਖੁਸ਼ ਨਹੀਂ ਕੀਤਾ ਜਾ ਸਕਦਾ। ਜੇ ਧਨ ਦੌਲਤ ਨਾਲ ਖੁਸ਼ ਕੀਤਾ ਜਾ ਸਕਦਾ ਹੁੰਦਾ ਤੇ ਰਾਵਣ ਤੋਂ ਧਨਵਾਨ ਕੌਣ ਸੀ? ਰਾਵਣ ਤੋਂ ਵੱਡਾ ਧਨਵਾਨ ਕੌਣ ਸੀ? ਸੋਨੇ ਦੀ ਜਿਹਦੀ ਲੰਕਾ, ਇੰਨੇ ਧਨ ਨਾਲ ਉਹ ਆਪਦੇ ਇਸ਼ਟ ਨੂੰ ਪ੍ਰਸੰਨ ਕਰ ਸਕਦਾ ਸੀ। ਜਿਹੜੇ ਇਸ਼ਟ ਨੂੰ ਪ੍ਰੇਮ ਕਰਦਾ ਸੀ ਉਹਨੂੰ ਪ੍ਰਸੰਨ ਕਰ ਸਕਦਾ ਸੀ, ਇੰਨੀ ਧਨ ਹੋਣ ਦੇ ਬਾਵਜੂਦ। ਪਰ ਮਹਾਰਾਜ ਕਹਿੰਦੇ ਕਦੀ ਵੀ ਪ੍ਰੇਮ ਨੂੰ ਧਨ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ। ਇੰਨੀ ਧਨ ਦੌਲਤ ਹੁੰਦੇ ਹੋਇਆਂ ਵੀ ਰਾਵਣ ਨੂੰ ਆਪਦੇ ਸਿਰ ਕੱਟ ਕੇ ਸਮਰਪਿਤ ਕਰਨਾ ਪਿਆ। ਹੁਣ ਚਲੋ ਇੱਥੋਂ ਭਾਵ ਅਰਥ ਤਾਂ ਇਹ ਨਿਕਲਦਾ ਵੀ ਪ੍ਰੇਮ ਕਦੀ ਵੀ ਦੌਲਤਾਂ ਨਾਲ ਨਹੀਂ ਖਰੀਦਿਆ ਜਾਂਦਾ। ਪਰ ਇੱਥੋਂ ਇੱਕ ਗੱਲ ਹੋਰ ਵੀ ਸਮਝ ਆਉਂਦੀ ਆ। ਇੱਕ ਗੱਲ ਇਹ ਕਿ ਰਾਵਣ ਇੰਨਾ ਸਮਝਦਾਰ ਸੀ ਕਿ ਧਨ ਦੇ ਨਾਲ ਕਦੀ ਇਸ਼ਟ ਨੂੰ ਪ੍ਰਸੰਨ ਨਹੀਂ ਕੀਤਾ ਜਾ ਸਕਦਾ। ਇਹਦਾ ਮਤਲਬ ਰਾਵਣ ਇੰਨਾ ਸਮਝਦਾਰ ਤਾਂ ਹੈਗਾ ਹੀ ਸੀ ਨਾ। ਮੈਨੂੰ ਇੱਕ ਸੱਜਣ ਨੇ ਨਾ ਇਹ ਗੱਲ ਕਹੀ, ਆਖੇ ਜੀ ਤੁਸੀਂ ਹਿੰਦੂ ਧਰਮ ਦਾ ਵਿਰੋਧ ਕਰਦੇ ਹੋ। ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਭਾਈ ਮੈਂ ਹਿੰਦੂ ਧਰਮ ਦਾ ਵਿਰੋਧ ਨਹੀਂ ਕਰ ਰਿਹਾ। ਹਿੰਦੂ ਧਰਮ ਕੀ ਆ? ਵੇਦ ਜਿਹੜੇ ਗ੍ਰੰਥ ਨੇ ਹਿੰਦੂ ਧਰਮ ਦਾ ਹਿੱਸਾ ਨੇ ਨਾ। ਅਤੇ ਕੀ ਰਾਵਣ ਹਿੰਦੂ ਨਹੀਂ ਸੀ? ਵੇਦਾਂ ਦਾ ਗਿਆਤਾ ਉਹ ਸੀ। ਕੀ ਰਾਵਣ ਨੂੰ ਅਸੀਂ ਹਿੰਦੂ ਨਹੀਂ ਕਹਿੰਦੇ? ਉਹਨੇ ਵੀ ਤਾਂ ਵੇਦ ਪੜ੍ਹੇ ਸੀ ਨਾ। ਕਿ ਉਹਦਾ ਵੇਦਾਂ ਨਾਲ ਕੋਈ ਸੰਬੰਧ ਨਹੀਂ ਸੀ?
ਵੇਦਾਂ ਦਾ ਉਹ ਗਿਆਤਾ, ਇੰਨੀ ਨੌਲੇਜ ਉਹ ਰੱਖਣ ਵਾਲਾ ਕਿ ਅਸੀਂ ਰਾਵਣ ਦੇ ਨਾਲ ਇਨਸਾਫ ਨਹੀਂ ਕਰ ਸਕਦੇ। ਤੇ ਜੇ ਅਸੀਂ ਰਾਵਣ ਦੇ ਇਨਸਾਫ ਦੀ ਗੱਲ ਕਰਦੇ ਹਾਂ ਕਿ ਇਹਨੂੰ ਹਿੰਦੂ ਧਰਮ ਦਾ ਵਿਰੋਧ ਕਰਨਾ ਕਹਿੰਦੇ ਨੇ, ਇੰਨੇ ਵੇਦ ਪੜ੍ਹਨ ਵਾਲਾ, ਅਸੀਂ ਤਾਂ ਵੇਦਾਂ ਤੇ ਭਾਵਨਾ ਜਤਾ ਰਹੇ ਹਾਂ ਨਾ ਵੀ ਵੇਦਾਂ ਪੜ੍ਹਨ ਵਾਲੇ ਨੂੰ ਤੁਸੀਂ ਇੰਨਾ ਨਕਾਰ ਕਿਉਂ ਰਹੇ ਹੋ। ਅਸੀਂ ਤਾਂ ਇਹ ਗੱਲ ਕਰ ਰਹੇ ਹਾਂ ਨਾ। ਤਾਂ ਗੱਲ ਕੀ ਆ, ਗੱਲ ਇਹ ਆ ਕਿ ਗੁਰਬਾਣੀ ਨੇ ਰਾਵਣ ਦੀ ਸ਼ਖਸੀਅਤ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ, ਉਹਦੇ ਵਿੱਚ ਗੁਣ ਵੀ ਦੱਸੇ ਨੇ ਵੀ ਆਪਦੇ ਇਸ਼ਟ ਦਾ ਤੁਸੀਂ ਦੇਖੋ ਕਿੱਡਾ ਵੱਡਾ ਪੁਜਾਰੀ ਸੀ। ਦੂਜੇ ਪਾਸੇ ਸ਼੍ਰੀ ਰਾਮ ਦੇ ਵਿੱਚ ਜੇ ਗੁਣ ਸੀ ਤੇ ਔਗਣ ਵੀ ਇਹ ਸੀ ਵੀ ਆਪਣੀ ਪਤਨੀ ਤੇ ਸ਼ੱਕ ਕਰਕੇ ਛੱਡ ਦਿੱਤਾ। ਚਲੋ ਜਿਵੇਂ ਮਰਜ਼ੀ ਕਹਾਣੀਆਂ ਸੁਣਾਉਂਦੇ ਨੇ। ਤਾਂ ਅਸੀਂ ਇਹ ਜਾਇਜ਼ ਨਹੀਂ ਹੈਗਾ ਵੀ ਹਰ ਸਾਲ ਉਹਨੂੰ ਸਾੜਨਾ। ਜੇ ਸਾੜਨਾ ਹੈ ਆਪਣੇ ਅੰਦਰ ਦੇ ਔਗਣ ਸਾੜੋ। ਸਾਡੇ ਅੰਦਰ ਹੁਣ ਤੁਸੀਂ ਦੇਖੋ, ਇੱਕ ਪਾਸੇ ਰਾਵਣ ਜਿਨ੍ਹਾਂ ਨੇ ਸੀਤਾ ਨੂੰ ਹੱਥ ਤੱਕ ਨਹੀਂ ਲਾਇਆ, ਤੇ ਮਾਫ਼ ਕਰਿਓ ਇੱਕ ਪਾਸੇ ਉਹ ਲੋਕ ਜਿਹੜੇ ਰਾਵਣ ਦੇ ਪੁਤਲੇ ਸਾੜਦੇ ਨੇ ਪਰ ਰੋਜ਼ ਆਪਣੇ ਮਨ ਦੇ ਵਿੱਚ ਪਤਾ ਨਹੀਂ ਕਿੰਨਿਆਂ ਦੇ ਬਲਾਤਕਾਰ ਕਰ ਦਿੰਦੇ ਨੇ। ਇਹ ਮਾफ़ੀ ਮੰਗ ਕੇ ਮੈਂ ਬੇਨਤੀ ਕਰ ਰਿਹਾ, ਉਹ ਤਾਂ ਰਾਵਣ ਤੋਂ ਕਿਤੇ ਵੱਡੇ ਕਸੂਰਵਾਰ ਨੇ। ਇਸ ਦੇਸ਼ ਦੇ ਵਿੱਚ ਬਲਾਤਕਾਰ ਕਰਨ ਵਾਲੇ ਆਜ਼ਾਦ ਫਿਰਦੇ ਨੇ, ਤੇ ਕੀ ਇੱਥੇ ਕੋਈ ਇਨਸਾਫ ਨਾਮ ਦੀ ਚੀਜ਼ ਹੈਗੀ ਹੈ? ਸਾਨੂੰ ਇਹ ਸੋਚਣਾ ਪਵੇਗਾ। ਇਨਸਾਫ ਦੀ ਅਸੀਂ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਜੀ ਬਿਲਕੁਲ, ਜਿਵੇਂ ਕਿ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਬਹੁਤੇ ਵਧੀਆ ਨਹੀਂ ਹੈਗੇ, ਉਹਦੇ ਸੰਬੰਧੀ ਸਾਰੀ ਗੱਲਬਾਤ ਕੀਤੀ ਆ। ਵਿਸ਼ਾ ਚਾਹੇ ਕਿਸਾਨੀ ਮੁੱਦਾ ਸੀਗਾ, ਉਸ ਦੇ ਨਾਲ ਜੋ ਵਿਸ਼ੇ ਸੀਗੇ ਉਹਨਾਂ ਸਾਰੇ 'ਤੇ ਵਿਚਾਰ ਚਰਚਾ ਕੀਤੀ। ਸਾਡੇ ਨਾਲ ਹਰਜੋਤ ਸਿੰਘ ਸ਼ਗਿਰਦ ਨਾਨਕ ਸਨ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।